ਹੈਲੋ ਸਟੂਡੈਂਟਸ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। 8th ਕਲਾਸ ਦਾ ਬੋਰਡ ਕੁਐਸਚਨ ਪੇਪਰ 2026 ਲਈ ਵੈਰੀ ਇੰਪੋਰਟੈਂਟ ਸੈਂਪਲ ਪੇਪਰ ਲੈ ਕੇ ਆਏ ਹਾਂ। ਇਹ ਸੈਂਪਲ ਪੇਪਰ ਨੰਬਰ 2 ਹੈ। ਇਸ ਨੂੰ ਚੰਗੀ ਤਰ੍ਹਾਂ ਦੇਖ ਲਓ ਅਤੇ ਆਪਣੇ ਪੇਪਰ ਲਈ ਚੰਗੀ ਤਰ੍ਹਾਂ ਤਿਆਰੀ ਕਰ ਲਓ। ਇਹਦੇ ਵਿੱਚ ਤੁਹਾਨੂੰ ਕਾਫੀ ਕੁਐਸਚਨ ਤੁਹਾਡੇ ਪੇਪਰ ਵਿੱਚ ਆਉਣ ਨੂੰ ਮਿਲਣਗੇ। ਇਹ ਵੀ ਹੈਗਾ ਆ ਤਾਂ ਦੋਨੋਂ ਹੀ ਬੜੇ ਇੰਪੋਰਟੈਂਟ ਹੈ ਤੇ ਤੁਸੀਂ ਦੋਨਾਂ ਨੂੰ ਹੀ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਆ ਤਾਂ ਕਿ ਕੋਈ ਵੀ ਤੁਹਾਡੇ ਤੋਂ ਮਿਸ ਨਾ ਹੋਵੇ। ਠੀਕ, ਸੋ ਆਪਾਂ ਹੁਣ ਕਰਦੇ ਹਾਂ ਪੇਪਰ ਨੂੰ ਬਿਨਾਂ ਕਿਸੇ ਦੇਰੀ ਦੇ ਸ਼ੁਰੂ। ਤੁਸੀਂ ਕੀ ਕਰਨਾ, ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ, ਠੀਕ, ਤਾਂ ਕਿ ਤੁਹਾਨੂੰ ਸਾਰੀ ਵੀਡੀਓ ਸਮੇਂ ਸਿਰ ਮਿਲ ਸਕਣ ਤੇ ਬਾਕੀ ਪੇਪਰ ਦੀ ਤਿਆਰੀ ਵੀ ਤੁਸੀਂ ਵਧੀਆ ਤਰੀਕੇ ਨਾਲ ਕਰ ਸਕੋ। ਠੀਕ ਹੈ ਜੀ, ਸੋ ਸ਼ੁਰੂ ਕਰਦੇ ਹਾਂ ਜੀ। ਫਸਟ ਆਫ ਆਲ ਤੁਹਾਡੇ ਕੋਲ ਇੱਕ ਪੈਰਾਗ੍ਰਾਫ ਹੈ ਜਿਹਦੇ ਤੁਸੀਂ ਆਨਸਰ ਦੇਣੇ ਆ ਬੇਟਾ। ਤਾਂ ਇਹਨੂੰ ਤੁਸੀਂ ਪੈਰੇ ਨੂੰ ਪੜੋਗੇ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੱਦਾਂ ਦੇ ਕੁਐਸਚਨ ਨੇ ਤੇ ਕੁਐਸਚਨਾਂ ਦਾ ਆਨਸਰ ਕੀ ਹੈ। ਠੀਕ ਆ, ਹੁਣ ਜਿਹਦਾ ਫਸਟ ਕੁਐਸਚਨ ਹੈ, ਗਾਂਧੀ ਜੀ ਲੈਫਟ ਫੋਰ ਚਾਂਪਰਨ ਟੂ ਫਾਈਂਡ ਆਊਟ ਡੈਸ਼। ਸੋ ਉਹ ਕੀ ਨਿਕਲ ਸੀਗਾ ਜੀ, ਇਹਦਾ ਆਨਸਰ ਆ ਜਾਣਾ ਤਰੁੱਥ। ਇੱਕ ਮਿੰਟ ਮੈਂ ਦੱਸ ਵੀ ਦੇਵਾਂ, ਇੱਥੇ ਲਿਖਿਆ ਕਿਤੇ ਤਰੁੱਥ। ਸੋ ਤਰੁੱਥ ਇਜ਼ ਦਾ ਰਾਈਟ ਆਨਸਰ ਆ ਜਾਣਾ ਸੀ ਆਪਣੇ ਕੋਲ। ਸੈਕਿੰਡ ਸੀਗਾ ਆਪਣੇ ਕੋਲ ਹੂ ਵਰ ਕਰੂਲੀ ਟ੍ਰੀਟਡ। ਕੌਣ ਕਰੂਲੀ ਟ੍ਰੀਟਡ ਕੀਤੇ ਗਏ ਸੀ? ਦ ਪੀਜ਼ੈਂਟ ਆਫ ਚਾਂਪਰਨ। ਠੀਕ ਹੈ। ਥਰਡ ਆਪਣੇ ਕੋਲ ਕੁਐਸਚਨ ਆ, ਵਾਈ ਵਾਸ ਗਾਂਧੀ ਜੀ ਆਸਕਡ ਟੂ ਲੀਵ। ਇਹਦਾ ਇੱਕੋ ਇੱਕ ਕਾਰਨ ਇੱਕ ਆ, ਬਿਕੋਜ਼ ਦਾ ਗੌਰਮੈਂਟ ਵਾਜ਼ ਅਲਾਰਮਡ। ਠੀਕ ਹੈ, ਅਲਾਰਮਡ ਯਾਨੀ ਕਿ ਉਹਨਾਂ ਨੇ ਕਿਹਾ ਸੀ ਗੌਰਮੈਂਟ ਨੇ। ਵੈਨ ਰਿਫਿਊਜ਼ਡ ਗਾਂਧੀ ਜੀ ਵਾਜ਼ ਆਸਕਡ ਟੂ ਅਪੀਅਰ ਬਿਫੋਰ ਡੈਸ਼। ਸੋ ਆਨਸਰ ਇਹਦਾ ਤੁਸੀਂ ਲਿਖੋਗੇ ਜੀ ਦ ਮੈਜਿਸਟ੍ਰੇਟ। ਠੀਕ, ਲਾਸਟ ਹੈ, ਗਾਂਧੀ ਜੀ ਫਸਟ ਸੱਤਿਆਗ੍ਰਹਿ ਵਾਜ਼ ਡੈਸ਼। ਸਕਸੈਸ, ਫੇਲੀਅਰ, ਫਾਲਸ, ਸ਼ੋ ਜਾਂ ਨਨ ਆਫ ਦੀਸ। ਕਰੈਕਟ ਆਨਸਰ ਆ ਜਾਣਾ ਜੀ ਸਕਸੈਸ। ਸੋ ਦੇਖੋ ਇਹ ਜਿਹੜੇ ਆਨਸਰ ਹੈ ਮੈਨੂੰ ਕਿੱਥੋਂ ਮਿਲੇ, ਜਿਹੜਾ ਮੈਂ ਛੋਟਾ ਜਿਹਾ ਪੈਰਾ ਸੀਗਾ ਇਹਨੂੰ ਪੜ੍ਹਿਆ ਤਾਂ ਮੈਨੂੰ ਆਨਸਰ ਮਿਲ ਗਏ। ਤੁਸੀਂ ਵੀ ਇਸ ਪੈਰੇ ਵਿੱਚੋਂ ਫਾਈਂਡ ਕਰੋਗੇ ਤਾਂ ਤੁਹਾਨੂੰ ਆਨਸਰ ਸਾਰੇ ਮਿਲ ਜਾਣੇ। ਜਿੱਦਾਂ ਸਕਸੀਡ ਵਾਲਾ ਆਨਸਰ ਮਿਲ ਗਿਆ ਸੀ, ਹੈ ਨਾ, ਚੈਂਪਰਨ ਵਾਲਾ ਆਨਸਰ ਮਿਲ ਗਿਆ ਸੀਗਾ ਸਾਨੂੰ। ਸਾਰੇ ਆਨਸਰ ਤੁਹਾਨੂੰ ਇਹਦੇ ਵਿੱਚ ਕਿਤੇ ਨਾ ਕਿਤੇ ਮਿਲ ਜਾਣੇ ਆ। ਠੀਕ ਆ, ਅਲਾਰਮਡ ਵਾਲਾ ਆਨਸਰ ਮਿਲ ਗਿਆ। ਦੇਖੋ ਕਹਿਣ ਦਾ ਮਤਲਬ ਸਾਰੇ ਆਨਸਰ ਇਹਦੇ ਵਿੱਚ ਹੈਗੇ, ਤੁਸੀਂ ਬਸ ਇੱਕ ਵਾਰੀ ਲੱਭਣ ਦੀ ਕੋਸ਼ਿਸ਼ ਕਰਨਾ। ਦੇਖੋ ਮੈਂ ਹੁਣ ਦੱਸ ਵੀ ਦਿੱਤੇ। ਠੀਕ, ਸੋ ਦੂਜਾ ਦੇਖਦੇ ਕੀ ਆ ਆਪਣੇ ਕੋਲ। ਕਹਿੰਦਾ ਲੁੱਕ ਐਟ ਦਾ ਪੋਸਟਰ ਐਂਡ ਆਨਸਰ ਦਾ ਫੋਲੋਇੰਗ ਕੁਐਸਚਨ। ਰਿਡਿਊਸ, use less by less, avoid waste, turn off light, take shorter shower, carpool। ਠੀਕ ਆ, ਫਿਰ ਹੈਗਾ reuse, use thing more than once, use cloth, shopping bag, repair, re-gift, try, travel mug, compose। ਫਿਰ ਹੈਗਾ recycle, separate waste material so that the recyclable product can be transformed into something new। ਠੀਕ, ਸੋ ਇਹ ਤੁਹਾਡੇ ਜਿਹੜਾ ਅਰਥ ਆ ਉਹਦੀ ਫੋਟੋ ਆ। ਹੁਣ ਆਪਾਂ ਇਹਦੇ ਕੁਐਸਚਨਾਂ ਦੇ ਆਨਸਰ ਦਊਂਗੇ। ਵਟ ਇਜ਼ ਦਾ ਪੋਸਟਰ ਅਬਾਊਟ? ਸੋ ਦੇਖੋ ਹੁਣ ਤੁਸੀਂ ਪੜ੍ਹਿਓ ਇਨਵਾਇਰਮੈਂਟ ਅਵੇਅਰਨੈਸ, ਪੋਲਿਊਸ਼ਨ ਅਵੇਅਰਨੈਸ, ਵੇਸਟ ਮੈਨੇਜਮੈਂਟ, ਆਲ ਆਫ ਦੀਸ। ਸੋ ਤੁਹਾਨੂੰ ਪੜ੍ਹਨ ਤੋਂ ਕੀ ਪਤਾ ਲੱਗਾ ਜੀ, ਇਹ ਕੀ ਇੱਕ ਵੇਸਟ ਮੈਨੇਜਮੈਂਟ ਦਾ ਪੋਸਟਰ ਹੈ। 3R ਦਾ ਮਤਲਬ ਕੀ ਹੈ, ਯਾਨੀ ਕਿ 3R ਮੈਂਸ਼ਨ ਕਾਹਦੇ ਵਾਸਤੇ ਆ? ਸੋ ਦੇਖੋ ਕਿ ਇਹਦੇ ਵਾਸਤੇ ਆ ਰਿਡਿਊਸ, ਰੀਯੂਜ਼, ਰੀਸਾਈਕਲ। ਸੋ ਦੇਖ ਲਓ ਆਪਸ਼ਨ ਨੰਬਰ ਕਿਹੜੀ ਆ, ਆ ਵਾਲੀ ਆ, ਰਿਡਿਊਸ, ਰੀਯੂਜ਼ ਤੇ ਰੀਸਾਈਕਲ। ਠੀਕ, ਵੀ ਸ਼ੁੱਡ ਟੇਕ ਡੈਸ਼ ਸ਼ਾਵਰ, ਆਪਾਂ ਹੁਣੀ ਉੱਪਰ ਪੜਿਆ ਸੀਗਾ, ਲੈਜ਼ਰ ਸ਼ਾਵਰ। ਠੀਕ ਆ, ਫਿਰ ਹੈਗਾ ਆ ਫੋਰਥ ਕੁਐਸਚਨ, ਵਟ ਕੈਨ ਬੀ ਰੀਯੂਜ਼ਡ ਕਿਹਨੂੰ ਅਸੀਂ ਰੀਯੂਜ਼ ਕਰ ਸਕਦੇ? ਕਲੋਥ ਬੈਗ ਨੂੰ, ਪਲਾਸਟਿਕ ਬੈਗ ਨੂੰ, ਪੇਪਰ ਸ਼ਾਪਿੰਗ ਬੈਗ ਜਾਂ ਆਲ ਆਫ ਦੀਸ। ਸੋ ਇਹਦਾ ਕਰੈਕਟ ਆਨਸਰ ਤੁਹਾਡੇ ਕੋਲ ਆ ਜਾਣਾ ਬੇਟਾ ਜੀ ਕਲੋਥ ਬੈਗ। ਜਿਹੜਾ ਕੱਪੜੇ ਦਾ ਬੈਗ ਉਹਨੂੰ ਦੁਬਾਰਾ ਯੂਜ਼ ਕੀਤਾ ਜਾ ਸਕਦਾ, ਪਲਾਸਟਿਕ ਦਾ ਬੈਗ ਵੀ ਨਹੀਂ ਕਰ ਸਕਦੇ, ਪੇਪਰ ਵਾਲਾ ਬੈਗ ਤਾਂ ਸਪੋਇਲ ਹੋ ਜਾਣਾ ਇੱਕ ਵਾਰ ਯੂਜ਼ ਕਰਨ ਤੋਂ ਬਾਅਦ। ਠੀਕ, ਕਹਿੰਦਾ ਫਾਈਂਡ ਦਾ ਐਂਟੋਨਿਮ ਆਫ ਦਾ ਵਰਡ ਮਿਕਸ। ਜਿਹੜਾ ਵਰਡ ਮਿਕਸ ਆ, ਮਿਕਸ ਮਤਲਬ ਹੁੰਦਾ ਆ ਮਿਕਸ ਕਰ ਦੇਣਾ, ਘੋਲ ਦੇਣਾ ਜਾਂ ਫਿਰ ਮਿਲਾ ਦੇਣਾ। ਸੋ ਉਹਦਾ ਐਂਟੋਨਿਮ ਯਾਨੀ ਕਿ ਵਿਰੋਧਾਰਥਕ ਸ਼ਬਦ ਕੀ ਹੋਣਾ ਆ? ਰਿਪੇਅਰ ਨਹੀਂ, ਰਿਪੇਅਰ ਦਾ ਮਤਲਬ ਤਾਂ ਹੁੰਦਾ ਆ ਜਿਹੜੀ ਖਰਾਬ ਚੀਜ਼ ਨੂੰ ਸਹੀ ਕਰਨਾ। ਵੇਸਟ ਨਹੀਂ, ਵੇਸਟ ਦਾ ਮਤਲਬ ਹੁੰਦਾ ਆ ਕੂੜਾ ਕਰਕਟ, ਹੈ ਨਾ। ਸੈਪਰੇਟ ਹੁੰਦਾ ਅਲੱਗ, ਮਿਲਣਾ ਤੇ ਅਲੱਗ। ਦੇਖੋ ਮਿਕਸ ਹੁੰਦਾ ਸਾਰਿਆਂ ਨੂੰ ਇਕੱਠਾ ਮਿਕਸ ਕਰਤਾ, ਸੈਪਰੇਟ ਯਾਨੀ ਕਿ ਅਲੱਗ। ਸੋ ਇਹੀ ਇਜ਼ ਦਾ ਰਾਈਟ ਆਨਸਰ ਆ ਜਾਣਾ ਛਾਂਟਣਾ, ਜਿਹਨੂੰ ਅਸੀਂ ਕਹਿ ਸਕਦੇ ਹਾਂ। ਸੈਕਸ਼ਨ ਬੀ ਦੇ ਆਪਣੇ ਕੋਲ ਕੁਐਸਚਨ ਆ ਜਿਨ੍ਹਾਂ ਨੂੰ ਅਸੀਂ ਕਰਾਂਗੇ। ਸੋ ਦੇਖੋ ਜੀ ਕੁਐਸਚਨ, ਫਿਰ ਅਸੀਂ ਇਹਨਾਂ ਨੂੰ ਕਰਦੇ ਹਾਂ ਜਿੰਨੇ ਕਿੰਨੇ ਕਰਨੇ ਆ, 3 ਕਰਨੇ ਆ। ਸੋ ਆਪਾਂ ਕਰ ਲਈਏ ਕੋਈ 3 ਕੁਐਸਚਨ। ਸੋ ਪਹਿਲਾ ਕੁਐਸਚਨ ਆ, ਵੇਅਰ ਡਿਡ ਦਾ ਫਾਰਮਰ ਹਾਈਡ ਹਿਜ਼ ਮਦਰ? ਆ ਦੇਖੋ, ਸੋ ਇਸ ਦਾ ਆਨਸਰ ਲਿਖੋਗੇ ਹੀ ਹਾਈਡ ਹਿਜ਼ ਮਦਰ ਇਨ ਏ ਕੈਬਿਨ ਬੀਨੀਥ देयर ਕਿਚਨ। ਠੀਕ, ਫਿਰ ਅਸੀਂ ਦੂਜਾ ਕੁਐਸਚਨ ਕੀਤਾ, ਵਿਚ ਫੀਚਰ ਆਫ ਚਾਈਨੀਜ਼ ਸਿਟੀਜ਼ ਇੰਪ੍ਰੈਸਡ ਮਾਰਕੋ ਪੋਲੋ? ਸੋ ਦਾ ਵੈਲਥ ਐਂਡ ਲਗਜ਼ਰੀ ਆਫ ਦਾ ਚਾਈਨੀਜ਼ ਸਿਟੀ ਇੰਪ੍ਰੈਸਡ ਹਿਮ। ਸੋ ਇਹਦਾ ਆਨਸਰ ਤੁਸੀਂ ਆ ਲਿਖ ਦੇਣਾ ਹੈ ਆਪਣੇ ਕੋਲ। ਫਿਰ ਅਸੀਂ ਆਹ ਵਾਲਾ ਥਰਡ ਕੁਐਸਚਨ ਕੀਤਾ, ਵਟ ਡਜ਼ ਸੀਮਾ ਰੀਡ ਔਨ ਇੰਟਰਨੈਟ?
सो वट डज शी रीड ऑन इंटरनेट, सो आ जाना शी रीड अबाउट कार एंड देयर मैकेनिज्म ऑन द इंटरनेट। सो 3 क्वेश्चन हो गए अपने कोल। फिर एक सैकंड क्वेश्चन भी कर लो, कहता वाई डिड द फार्मर समन हिज सन्स। सो इसका आंसर देखो, द फार्मर समनड हिज सन टू डिवाइड हिज प्रॉपर्टी अमंग दैम। उन्हां विचों अपनी प्रॉपर्टी वंडण नूं ਉਹਨਾਂ ਨੂੰ ਬੁਲਾਉਂਦੇ ਪਏ ਸੀ, ਕੌਣ? ਫਾਰਮਰ। ਹੁਣ ਅਸੀਂ ਗੱਲ ਕਰਦੇ ਹਾਂ ਆਪਣੇ ਕੋਲ ਚੌਥਾ ਨੰਬਰ ਦੀ ਜਿਹੜੀ ਚੀਜ਼ ਆ ਉਹ ਹੈਗੀ ਆ ਜੀ ਵਰਡ ਮੀਨਿੰਗ, ਜੋ ਕਿ ਬਹੁਤ ਸੌਖੀ ਆ। ਸੋ ਆਪਣੇ ਕੋਲ ਫਸਟ ਹੈ ਟਿੰਗਲ। ਟਿੰਗਲ ਮੀਨਸ ਹੁੰਦਾ ਬੇਟਾ ਉਲਝਣਾ। ਆਪਾਂ ਇੱਕ ਇੱਕ ਕਰਕੇ ਇੱਥੇ ਲਿਖਦੇ ਆ ਤੇ ਤੁਸੀਂ ਵੀ ਦੇਖ ਲਓ, ਉਲਝਣਾ, ਉਲਝਣਾ, ਠੀਕ। ਸੋ ਅਗਲਾ ਦੇਖੋ ਬੇਟਾ, ਅਗਲਾ ਕੀ ਆ? ਅਗਲਾ ਹੈਗਾ ਇੰਪ੍ਰੈਸ਼ਨ। ਇੰਪ੍ਰੈਸ਼ਨ ਦਾ ਮਤਲਬ ਹੁੰਦਾ ਬੇਟਾ ਪ੍ਰਭਾਵ, ਠੀਕ ਆ, ਕਿਸੇ ਚੀਜ਼ ਦਾ ਕਿੰਨਾ ਪ੍ਰਭਾਵ ਆ। ਸਨੈਚਡ, ਸਨੈਚਡ ਹੁੰਦਾ ਖੋਹ ਲੈਣਾ, ਠੀਕ ਆ, ਖੋਹ ਲੈਣਾ। ਫੈਮੀਲੀਅਰ ਹੁੰਦਾ ਬੇਟਾ ਆਪਣੇ ਕੋਲ ਜਿਹਨੂੰ ਅਸੀਂ ਕਹਿ ਲਈਏ ਜਾਣੂ, ਠੀਕ, ਜਾਣੂ ਹੋਣਾ, ਜਾਣੂ, ਠੀਕ। ਇਹ ਹੋ ਗਿਆ। ਫਿਰ ਆਪਣੇ ਕੋਲ ਹੈਗਾ ਬਲੰਡਰ। ਬਲੰਡਰ ਹੁੰਦਾ ਬੇਟਾ ਜੀ ਗਲਤੀ, ਠੀਕ ਹੈ, ਗਲਤੀ। ਸੋ ਪਬਲਿਸ਼ਿੰਗ ਦਾ ਮਤਲਬ ਹੁੰਦਾ ਆ ਫੈਲਾਣਾ, ਠੀਕ ਆ, ਕਿਸੇ ਚੀਜ਼ ਨੂੰ। ਇਹ ਹੋ ਗਿਆ ਆਪਣੇ ਕੋਲ ਵਰਡ ਮੀਨਿੰਗ। ਕੋਈ ਵੀ ਤੁਸੀਂ 4 ਕਰ ਲੈਣੇ ਸੀ ਜਿਹੜੇ ਤੁਹਾਨੂੰ ਆਉਂਦੇ ਹੋਣ, ਠੀਕ ਆ। ਅੱਗੇ ਦੇਖੋ, ਦ ਫਾਰਮਰ ਹੈ ਡੈਸ਼ ਫੀਲਡ ਐਂਡ 3 ਡੈਸ਼। ਸੋ ਦੇਖੋ ਇਹਦੇ ਵਿੱਚ ਕੀ ਆਣਾ, ਇਹਦੇ ਵਿੱਚ ਆ ਜਾਣਾ 3 ਦ ਫਾਰਮਰ ਹੈਡ 3 ਫੀਲਡ ਐਂਡ 3 ਸਨ, ਠੀਕ ਆ, ਸੌਰੀ 3 ਹਾਊਸ, ਸਨ ਨਹੀਂ 3 ਹਾਊਸ, 3 ਫੀਲਡ ਐਂਡ 3 ਹਾਊਸ। ਅੱਗੇ ਆਪਾਂ ਦੇਖਦੇ ਹਾਂ ਸੈਕਿੰਡ, ਮਾਰਕੋ ਪੋਲੋ ਵਿਜ਼ਿਟਡ ਹੋਲੀ ਸਿਟੀ। ਜਿਹੜਾ ਉਹ ਹੋਲੀ ਸਿਟੀ ਉਹਨੇ ਵਿਜ਼ਿਟ ਕੀਤਾ ਸੀ, ਉਹਦਾ ਨਾਮ ਕੀ ਹੈ? ਜੈਰੂਸਲਮ। ਸਪੈਲਿੰਗ ਹੀ ਬੱਚਿਆਂ ਨੂੰ ਖਿਆਲ ਰੱਖਣਾ ਆ, ਉਹ ਹੈਗਾ JERUSALEM, ਠੀਕ ਆ, ਜੈਰੂਸਲਮ, ਕਰੈਕਟ ਸਪੈਲਿੰਗ ਲਿਖਣਾ। ਫਿਰ ਹੈਗਾ ਗੀਤ ਹੈਡ ਗੋਨ ਡੈਸ਼ ਆਫਟਰ ਮੈਰਿਜ। ਸੋ ਦਾ ਆਨਸਰ ਆਪਾਂ ਲਿਖ ਦਿੰਦੇ ਅਬਰੋਡ, ਠੀਕ ਆ, ਬਾਹਰ, ਵਿਦੇਸ਼। ਸੋ ਮੈਂ ਇੱਥੇ ਲਿਖਦਾ ਅਬਰੋਡ, ABROAD, ਅਬਰੋਡ। ਹੁਣ ਆਪਣੇ ਕੋਲ ਆ ਗਿਆ ਬੇਟਾ ਜੀ ਸੈਂਟੈਂਸਿਸ। ਸੋ ਹੁਣ ਮੇਕ ਸੈਂਟੈਂਸਿਸ ਕਰ ਲਓ। obsessed, ਸੋ ਤੁਸੀਂ ਲਿਖੋਗੇ she is obsessed with her cat, ਠੀਕ। ਫਿਰ snapped ਦਾ ਲਿਖੋਗੇ the stick snapped in 2 half, ਠੀਕ। hardest ਦਾ ਲਿਖੋਗੇ this is the hardest question। shrine ਦਾ ਤੁਸੀਂ ਆਪ ਦੇਖ ਲੈਣਾ। handful ਹੁੰਦਾ ਆ I have a handful of candy। translator ਦਾ book बैग इतने लिखोगे द बुक इज आना सी ट्रांसलेटेड इनटू इंग्लिश। सो बेटा जी इतने थोड़ी जी मिस्टेक है, वो भी की है मैं तुहानू दस दिंदा। इत्थे इन्होंने ना पहला अखर कैपिटल पाउणा सी, सो आपां पा दिंदे आ, इत्थे आई आ जाना, इत्थे दा आ जाना, ठीक है। सो इन्नी की गल है, बाकी तुसीं देख लिओ, ठीक है। हुण अपने कोल इन्हां दे विचों कोई 2 क्वेश्चन करने आ, आओ करिए। कहंदा वट हार्म डज द ओशन एंड रिवर एंड द ट्रीज, ਤੇ ਵਟ ਡੂ ਦੀਜ਼ ਗ੍ਰੇਟ ਸਨ ਸੈਕਰੀਫਾਈਸ ਫॉर ਦ ਨੇਸ਼ਨ। ਮਾਈ ਡੀਅਰ ਸੋਲਜਰ ਵਿੱਚੋਂ ਆਇਆ ਤੇ ਦਾ 8 ਨੀਡ ਯੂ ਵਿੱਚੋਂ ਆਇਆ ਆ। ਸੋ ਵਟ ਹਾਰਮ ਓਸ਼ਨ ਰਿਵਰ ਐਂਡ ਟਰੀ ਵਾਲਾ ਕੁਐਸਚਨ ਦੇਖ ਲਓ ਬੇਟਾ, ਕੀ ਲਿਖੋਗੇ? ਇਟ ਪੋਲਿਊਟ ਓਸ਼ਨ ਐਂਡ ਰਿਵਰਸ, ਇਟ ਟੇਂਗਲ ਇਨ ਟਰੀ ਐਂਡ ਹਾਰਮਸ ਦ ਇਨਵਾਇਰਮੈਂਟ। ਛੋਟਾ ਜਿਹਾ ਆਂਸਰ ਹੈ, ਇਹਨੂੰ ਜ਼ਰੂਰ ਲਿਖ ਲੈਣਾ, ਠੀਕ ਹੈ। ਸੋ ਇੱਥੋਂ ਦੀ ਕੁਐਸਚਨ ਸੀਗਾ ਵਟ ਡੂ ਦੀਜ਼ ਗ੍ਰੇਟ ਸਨਸ ਸੈਕਰੀਫਾਈਸ ਫॉर ਦ ਨੇਸ਼ਨ। ਸੋ ਲਿਖੋਗੇ ਦੇ ਸੈਕਰੀਫਾਈਸ ਦ ਪ੍ਰਾਈਮ ਆਫ देयर यूथ, ਦੇ ਸੈਕਰੀਫਾਈਸ देयर ਲਿਵਸ, ਠੀਕ। ਸੋ ਇਹ 2 ਕੁਐਸਚਨ ਕਰਨੇ ਸੀ, ਅਸੀਂ ਦੋਨੋਂ ਕਰ ਲਏ, ਸੌਖੇ ਹੀ ਸੀਗੇ ਜੀ। ਹੁਣ ਤੁਹਾਡੇ ਕੋਲ ਹੈਗਾ ਬੇਟਾ ਇੱਕ ਸਟੈਂਜਾ, ਇਹਨੂੰ ਪੜ੍ਹੋ ਤੇ ਇਹਨੂੰ ਆਨਸਰ ਦਿਓ। ਸੋ ਦੇਖੋ ਜੀ ਇਹਦਾ ਆਨਸਰ ਅਸੀਂ ਕਿਵੇਂ ਲਿਖਣਾ ਆ। ਪਹਿਲਾਂ ਇੱਕ ਵਾਰੀ ਪੜ੍ਹ ਲਓ ਕਿ ਐਂਡ ਯੂ ਨੈਵਰ ਕੈਨ ਟੈਲ ਜਸਟ ਹਾਊ ਕਲੋਜ਼ ਯੂ ਆਰ, ਇਟ ਮੇ ਬੀ ਨੀਅਰ ਵੈਨ ਇਟ ਸੀਮ ਫਾਰ। So stick to the fight when your hardest hit. It's when things seem worst that you must not quit. So ਇਹਦਾ ਫਸਟ ਆਫ ਆਲ ਪੋਇਮ ਤੇ ਪੋਇਟ ਦਾ ਨਾਮ ਲਿਖਾਂਗੇ। ਸੋ ਤੁਹਾਡੇ ਕੋਲ ਪੋਇਮ ਦਾ ਨਾਮ ਹੈਗਾ ਆ ਡੋਂਟ ਕੁਇਟ, ਠੀਕ। ਪੋਇਮ ਨੇਮ, ਪੋਇਟ ਨੇਮ ਆ ਜਾਣਾ ਐਡਗਰ ਅਗੈਸਟ, ਐਡਗਰ ਅਗੈਸਟ, GUEST, ਗੈਸਟ। ਸੋ ਅਗਲੇ ਜਿਹੜੇ 2 ਕੁਐਸਚਨ ਆ ਬੜੇ ਹੀ ਸੌਖੇ ਆ ਬੇਟਾ, ਦੇਖੋ। पहला क्वेश्चन वट डू यू अंडरस्टैंड स्टिकिंग टू द फाइट वैन हार्डेस्ट हिट। ਇਹਦਾ मतलब की है कि वी शुड नेवर क्विट, ठीक है, वी शुड नेवर क्विट। अगला वट शुड नॉट बी डन वैन थिंग्स सीम रोस्ट। ਜਦੋਂ ਚੀਜ਼ਾਂ ਖਰਾਬ ਹੋਣ ਵੀ ਲੱਗ ਪੈਣ ਤਦ ਵੀ ਸਾਨੂੰ ਕੀ ਨਹੀਂ ਕਰਨਾ ਚਾਹੀਦਾ। ਸੋ ਸਾਨੂੰ ਕੀ ਨਹੀਂ ਕਰਨਾ ਚਾਹੀਦਾ? ਵੀ शुड नेवर ਜਾਂ ਫਿਰ ਵੀ शुड नॉट क्विट लिख ਦਿਓ, ठीक है। ਦੋਨਾਂ ਦਾ ਸੇਮ ਹੀ ਆਨਸਰ ਹੈ, ਠੀਕ। ਹੁਣ ਆ ਜਾਓ ਅੱਗੇ ਸੈਕਸ਼ਨ C ਤੇ, ਜਿਹਦੇ ਵਿੱਚ ਆਪਣੇ ਕੋਲ ਗ੍ਰਾਮਰ, ਵੋਕੈਬਲਰੀ ਤੇ ਟਰਾਂਸਲੇਸ਼ਨ ਹੈਗੀਆਂ ਆ।
ਤਾਂ ਆਪਣੇ ਕੋਲ ਪਹਿਲਾ ਕਹਿੰਦਾ ਆ वन वर्ड substitution, ठीक है। सो वन हू प्रैक्टिसेस वन ऑफ हिज फाइन आर्ट्स, ਉਹਨੂੰ ਕੀ ਕਹਿੰਦਾ ਬੇਟਾ आर्टिस्ट, ठीक। फिर ਤੁਹਾਡੇ ਕੋਲ ਆ ਜਾਣਾ ਅੱਗੇ राइट नाउन फॉर द वर्ड रिवाइज। रिवाइज ਦਾ ਤੁਸੀਂ नाउन ਕੀ ਲਿਖ ਸਕਦੇ ਆ रिवीजन, ਸੌਖਾ ਹੀ ਆ रिवीजन, ठीक। सो विद्यार्थियों चैनल ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਆਪਣੇ, ओके। थर्ड क्वेश्चन है एंटोनिम ऑफ असैम्बल। असैम्बल का तुम लिख सकते हो जी डिस्पर्स, डिस्पर्स, ठीक। नैक्सट देखो मीनिंग ऑफ फ्रेज होल्ड अप। एदा मैनू जड़ा आंसर तुसी कमेंट करोगे जिन्हों भी आंदा होया फ्रेज दा की होल्ड अप। ईडियम है अपने कोल ब्लैसिंग इन डिस्ग्रेस। सो एदा तुसी लिखना राम डिड नॉट नो द मीनिंग ऑफ ब्लैस इन डिस्ग्रेस, ठीक है। डू एज डायरेक्टेड अपने को आ गए यानी कि ग्रामर वाले क्वेश्चन। फर्स्ट चेंज द फॉलोइंग एक्सक्लेमेटरी सेंटेंस इनटू असर्टिव सेंटेंस, यानी कि इन्हू सिंपल सेंटेंस में जे कन्वर्ट करना होया आ तो उन्होंने किद्दां करांगे। सो देखो कि लिखा हाउ ब्यूटीफुल द सीनरी इज। सो असीं लिखांगे द सीनरी इज वेरी ब्यूटीफुल, वेरी ब्यूटीफुल, BEAUTIFUL, ठीक है, जिद्दां इत्थे स्पैलिंग है एज इट इज। सो ये हो गया अपने को आंसर। अगे देखो कहता है चूज द करैक्ट ऑप्शन एंड डिटरमाइन विच पार्ट ऑफ स्पीच इज अंडरलाइन। दे एक्सट्रीमली रिच। सो एक्सट्रीमली अपने को बेटा जी एक्सट्रीमली वर्ड की है एक एडवर्ब है, क्योंकि LY वाले वर्ड वैसे भी तुहानूं पता एक निशानी होंदी है कि एडवर्ब दी। फिर है फिल इन द ब्लैंक विद सूटेबल डिटर्मिनर बट आई हैड डैश एंड डैश आइडिया फॉर ऑल दिस। सो आइडिया के नाल तुसीं एन लिख सकते हो कि बट आई हैड एन आइडिया ऑफ ऑल दिस। एन दे नाल जे तुसीं इत्थे नो भी लिख दो कि बट आई हैड नो आइडिया, दोनों ही चल जाएंगे, दोनों ही सही है, ठीक है। सो तुसीं नो भी लिख सकते हो, एन भी लिख सकते हो, एन लिख लो ज़्यादा बैटर है, ठीक। फिर है स्टेट वैदर द वर्ब इन द फॉलोइंग सेंटेंस इज ट्रांसिटिव और इनट्रांसिटिव। बस इन्ना दसना है कि वो ट्रांसिटिव है कि इनट्रांसिटिव है। सो देयर टीम वॉन द मैच। सो उन्होंने टीम ने मैच जितया, वो भी है गया, टीम भी हैगी तो जितने वाली चीज़ भी हैगी। सो ट्रांसिटिव, ठीक। नैक्सट अपने को एप्रोप्रीएट द डिग्री ऑफ एडजेक्टिव लानी है। गोल्ड इज डैश एक्सपेंसिव दैन सिल्वर। सो यह जानी मोर एक्सपेंसिव, एक्सपेंसिव जिदा उधर स्पेलिंग एज इट इज, बस मोर लगा देना, ठीक है। फिल इन द ब्लैंक विद एप्रोप्रिएट नॉन फाइनाइट। आई एम लुकिंग फॉरवर्ड टू मीट यू, ठीक है। मैं थोड़ा थोड़ा जल्दी तां करदा पिया ताकि तुहानूं करवा दईए घट तो घट टाइम दे विच, ठीक है। फिर सिलैक्ट द करैक्ट वर्ब फ्रॉम द ब्रैकेट वेट या फिर वेट्स। कहंदा टाइम एंड टाइड डैश फॉर नन, वेट फॉर नन, वेट, ओके। तो फिर है फिल इन द ब्लैंक विद करैक्ट फॉर्म ऑफ द वर्ब। रीमा डैश फर्स्ट इन द लास्ट टेस्ट। सो did not standing, ठीक। सो ये आ जाता है इसका आंसर अपने कोल। फिर है द गर्ल्स आर मेकिंग चेयर्स। सो ये तुम लिख दोगे चेयर आर बीइंग मेड बाय द गर्ल्स, ठीक है। मैं तो लिख दिना है ताकि तुहानूं याद करने आसानी होए। चेयर आर देखो मैं निक्की निक्की चीज़ लिख दिना है ताकि तुहानूं पता लग जाए बीइंग मेड बाय द गर्ल्स, ठीक, GIRLS गर्ल्स। अगला क्वेश्चन है अपने को 10वां कि एप्रोप्रीएट प्रपोजिशन तुसीं भरनी है। इट इज़ एक्सट्रीमली हॉट डैश द मंथ ऑफ जून। सो बेटा इसका आंसर आ जाना इन द मंथ ऑफ जून। हुण देखो एक लैटर करनी है, लैटर मैं तुहानूं सब तो ईजी तरीके वाली कराऊंगा, मतलब छोटी लैटर है वो एक कराऊंगा। फिर स्कूल पिकनिक है वो करांगे, ते की है स्कूल लाइब्रेरी है क्या, हाँ वो करांगे। तो एक गल होर स्कूल लाइब्रेरी इज़ वेरी वेरी इंपॉर्टेंट। सो स्कूल लाइब्रेरी तुसीं जरूर याद करनी है। फिर डेस्टिनी ऑफ डोंकी या द मनी लैंडर हिज पर्स इन्हां विचों कहा करांगे। आओ पहले इन्नियां चीज़ां नूं कर लईए फिर अगे वधदे हां। सो ये तो वैरी ईजी लैटर है, ये वो बच्चे कर लियो जिन्होंने अपनी कॉपी ते हले तक लैटर नहीं लिखी, तो जिन्होंने मतलब छोटी लैटर चाहिए है ये वो बच्चे कर लियो। बाकी जोड़े बच्चों ने इस तो वड्डी लैटर अपनी कॉपी ते लिखी है या फिर जिदा भी है वो उस हिसाब ना कर लियो। इत्थे मैं तुहानूं ईजी जी लैटर कराना पिया जिहदी तुसीं स्टार्टिंग करोगे किदा एग्जामिनेशन हॉल मोगा नकोदर शहर जिहड़ा भी है वो। फिर डेट एज इट इज़ लिखोगे जिदा तुहाडा 16 जनवरी नूं है तो 16
जैन कॉमा पा के 2026। ठीक। डियर फ्रेंड, I am fine and I hope the same for you. I am going to buy a new mobile. I need it for my study. Please suggest me a good phone. Thank you। ਤੇ ਅਜੇ ਇਹ ਬਹੁਤ ਛੋਟੀ ਐਪਲੀਕੇਸ਼ਨ ਹੈ, ਪਰ ਜੇ ਤੁਹਾਨੂੰ ਮੈਂ ਬਾਰ-ਬਾਰ ਕਹਿਣਾ ਪਿਆ, ਜੇ ਤੁਹਾਨੂੰ ਆਪਣੀ ਕਾਪੀ ਤੇ ਇਸ ਤੋਂ ਵੱਡੀ ਲਿਖੀ ਹੋਈ ਮਿਲ ਜਾਂਦੀ ਹੈ ਤਾਂ ਤੁਸੀਂ ਉਹਨੂੰ ਹੀ ਪ੍ਰੈਫਰ ਕਰਨਾ ਹੈ। ਇਹ ਸਿਰਫ ਤਾਂ ਆ ਤਾਂ ਕਿ पढ़ो बेटा। अपने को लाइब्रेरी वाला ईजी जिहा एक तुहाडे दी पैराग्राफ है। अवर लाइब्रेरी इज़ क्वाइट एंड पीसफुल प्लेस। It is one of the best place in our school. There are many books in the library. We have storybooks, textbook and magazine. The books are kept neatly and shelves. Students visit the library every day. We go there to read books. We also borrow books from the library. The librarian is very kind and helpful. She helps us find the right book. Everyone must keep silence in the library. The library is clean and well maintained. फिर देखो कि लिखा है, रीडिंग बुक इंक्रीज अवर नॉलेज, इट हेल्प अस टू इंप्रूव अवर लैंग्वेज स्किल। ते आई लव स्पेंडिंग टाइम इन अवर स्कूल लाइब्रेरी। सो ये भी अपने कोल हो गया। ठीक। इस तो बाद असी स्टोरी कर लेंगे हैं। इत्थे अपने कोल दोनों ही स्टोरी है, तो दोनों ही छोटियां छोटियां हैगियां हैं, ये आप दोनों कर लेंगे हैं। मनी लैंडर वाली स्टोरी कहता, मनी लैंडर लॉस्ट हिज पर्स विद 1000 रुपीज एंड अनाउंस 100 रुपी रिवॉर्ड फॉर its return. A poor farmer found it and gave it back. ठीक। The money lender lied, said the purse had 1100 rupees and accused the farmer of taking the reward. The farmer denied it and asked for justice. They went to Sarpanch, who saw the moneylender's dishonesty and gave the purse to the farmer. The farmer was happy and thanked the Sarpanch. The moneylender felt ashamed on his lie. Moral, honesty is the best policy। ਇਹ ਵੀ ਛੋਟੀ ਐਪਲੀਕੇਸ਼ਨ ਸਟੋਰੀ ਹੈ, ਇਸ ਤੋਂ ਵੱਡੀ ਐਪਲੀਕੇਸ਼ਨ ਸਟੋਰੀ ਤੁਸੀਂ ਲਿਖੀ ਹੋਣੀ ਆ। ਸੋ ਉੱਥੋਂ ਤੁਸੀਂ ਇਸ ਸਟੋਰੀ ਨੂੰ ਕਰ ਸਕਦੇ ਹੋ। ਇਹ ਵੀ ਈਜ਼ੀ ਮੈਂ ਤੁਹਾਨੂੰ ਕਰਵਾਉਣਾ ਪਿਆ। ਡੈਸਟੀਨੀ ਆਫ ਡੋਂਕੀ ਦੇਖੋ। A gardener has a donkey to carry flour and help him sell them. One day the donkey felt overworked and asked the Lord for new master. The Lord sent him to a potter, but the potter made him carry heavy pot which was even harder. Donkey went back to the Lord asking for another master. This time Lord sent him to a butcher who planned to use his skin of leather. The donkey realized his mistake and regret being foolish. So moral, always be thankful। ਤੁਸੀਂ ਜਿੱਥੇ ਵੀ ਹੈ ਉਸ ਚੀਜ਼ ਦਾ ਸ਼ੁਕਰਾਨਾ ਕਰਦੇ ਰਹੋ। ਸੋ ਇਹ ਆਪਣੇ ਕੋਲ 3 ਚੀਜ਼ਾਂ ਹੋਈਆਂ ਆਪਣੇ ਕੋਲ ਕੰਪਲੀਟ ਸਟੋਰੀ ਤੱਕ। ਹੁਣ ਆਪਣੇ ਕੋਲ ਕੀ ਹੈ, ਡਰਾਫਟ ਐਂਡ ਨੋਟਿਸ, ਉਹ ਕਰਾਂਗੇ। ਫਿਰ ਆਪਣੇ ਕੋਲ ਹੈਗੀ ਆ ਔਰ ਦੇ ਵਿੱਚ ਇੱਕ ਹੋਰ ਨੋਟਿਸ, ਇਹਨਾਂ ਦੋਨਾਂ 'ਚ ਇੱਕ ਨੋਟਿਸ ਕਰ ਲੈਂਦੇ ਆ। ਆਗਰਾ ਵਾਲੀ ਜਿਹੜੀ ਹੈ ਨਾ ਇਹ ਕਰਾਂਗੇ। ਫਿਰ ਆਪਣੇ ਕੋਲ ਹੈਗਾ ਆ ਆਹ ਨਿਊਜ਼ਪੇਪਰ ਹੈਡਲਾਈਨ। ਸੋ ਇਹ ਤੁਸੀਂ ਆਪ ਕਰੋਗੇ, ਵੈਸੇ ਮੈਂ ਕਰਾ ਦਿੰਦਾ, ਇੱਦਾਂ ਕਰਦਾ ਕਰਾਈ ਦਿੰਦਾ। ਚਲੋ ਆਜੋ ਇਹਨਾਂ ਦੋਨਾਂ ਚੀਜ਼ਾਂ ਨੂੰ ਕਰੀਏ ਫਟਾਫਟ। ਸੋ ਆਪਣੇ ਕੋਲ ਹੁਣ ਨੋਟਿਸ ਹੈ। ਨੋਟਿਸ ਤੁਸੀਂ ਇੱਦਾਂ ਡੱਬਾ ਬਣਾਓਗੇ ਤੇ ਅੰਦਰ ਲਿਖੋਗੇ ਜਿੱਦਾਂ ਆਪਣੇ ਸਕੂਲ ਦਾ ਨਾਮ, ਗੌਰਮੈਂਟ ਹਾਈ ਸਕੂਲ ਜਿਹੜਾ ਵੀ ਤੁਹਾਡਾ ਹੈਗਾ ਆ, ਮਾਨਸਾ, ਨਕੋਦਰ, ਜੋ ਵੀ ਆ ਸਕੂਲ ਦਾ ਨੇਮ। ਨੋਟਿਸ ਸਾਰਾ ਕੁਛ ਕਿਹਦੇ ਵਿੱਚ, ਕੈਪੀਟਲ ਲੈਟਰਸ ਦੇ ਵਿੱਚ। ਜ਼ਰੂਰ ਯਾਦ ਰੱਖਣ ਵਾਲੀ ਗੱਲ। ਫਿਰ ਡੇਟ ਲਿਖੋਗੇ, ਫਿਰ ਸਕੂਲ ਟ੍ਰਿਪ ਗੱਬੇ ਲਿਖੋਗੇ ਜਿਹੜਾ ਕਿ ਤੁਹਾਡਾ ਮੇਨ ਥੀਮ ਆ ਉਹ। ਫਿਰ ਉਹਨੂੰ ਵੀ ਤੁਸੀਂ ਲਿਖਾਂਗੇ ਉਹਦੇ ਵਿੱਚ, ਕਿਹਦੇ ਵਿੱਚ, ਕੈਪੀਟਲ ਲੈਟਰ ਵਿੱਚ। ਫਿਰ ਤੁਸੀਂ ਕੀ ਲਿਖਾਂਗੇ ਬੇਟਾ, This is to inform all students that the school is organizing a trip to Delhi and Agra from March 2, 2026 लिख लियो, to March 10, 2026। Interested student can give their name to the English teacher by March 1, 2025। ਫਿਰ ਤੁਸੀਂ ਜਿਹਦਾ ਨਾਂ ਹੈ, ਜੇ ਤੁਹਾਡਾ ਨਾਂ ਹੈ ਰਾਮ, ਤਾਂ ਤੁਸੀਂ ਆਪਣਾ ਇੱਕ ਛੋਟਾ ਜਿਹਾ ਸਿਗਨੇਚਰ ਕਰਕੇ ਫਿਰ ਪੂਰਾ ਨਾਮ ਲਿਖ ਦੇਣਾ। ਠੀਕ ਹੈ। ਤੇ ਜੋ ਤੁਹਾਡੇ ਉੱਪਰ ਡੈਜ਼ਿਗਨੇਸ਼ਨ ਦੱਸਿਆ ਹੋਏਗਾ ਉਹ ਡੈਜ਼ਿਗਨੇਸ਼ਨ ਹੇਠਾਂ ਤੁਸੀਂ ਮੈਂਸ਼ਨ ਕਰ ਦੇਣਾ ਹੈ। ਸੋ ਜਿਹੜਾ ਆਪਣੇ ਕੋਲ ਹੈਗਾ ਆ ਵਾਲਾ ਨਿਊਜ਼ਪੇਪਰ ਹੈਡਲਾਈਨ, ਇਹਦੇ ਵਿੱਚ ਸਾਨੂੰ ਇੱਕ ਨੇਪਾਲ ਵਾਲਾ ਮਿਲਿਆ। ਸੋ ਅਰਥਕੁਏਕ ਰੌਕਸ ਨੇਪਾਲ। ਸੋ ਤੁਸੀਂ ਲਿਖੋਗੇ ਐਨ ਐਕਸਟ੍ਰੀਮ ਅਰਥਕੁਏਕ ਹੈਜ਼ ਹਿਟ ਨੇਪਾਲ, ਮੈਨੀ ਪੀਪਲ ਡਾਇਡ। ਸੋ ਆਪਾਂ ਨੂੰ ਇਹ ਮਿਲੇ ਸੀਗੇ, ਸੋ ਅਸੀਂ ਇਹ ਕਰ ਲਏ। ਇਸ ਤੋਂ ਬਾਅਦ ਹੁਣ ਆਪਣੇ ਕੋਲ ਜਿਹੜੀ ਕਰਨ ਵਾਲੀ ਚੀਜ਼ਾਂ ਆ, ਦੇਖਦੇ ਕਿਹੜਾ ਆ। ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜੇ ਹਾਲੇ ਤੱਕ ਵੀ ਨਹੀਂ ਕੀਤਾ ਸੀ ਤਾਂ। ਹੁਣ ਦੇਖੋ
ਨਿਊਜ਼ਪੇਪਰ ਹੈਡਲਾਈਨਸ ਕਰਨ ਤੋਂ ਬਾਅਦ ਆਪਣੇ ਕੋਲ ਟ੍ਰਾਂਸਲੇਸ਼ਨ ਆ ਗਏ ਤੇ ਟ੍ਰਾਂਸਲੇਸ਼ਨ ਅਸੀਂ ਫਟਾਫਟ ਕਰ ਲੈਣੀ ਹੈ। ਦੇਖੋ ਡੂ ਨਾਟ ਲਿਟਰ, ਮੈਂ ਇੱਥੇ ਨਾਲ ਨਾਲ ਲਿਖ ਦੂੰਗਾ ਡੂ ਨਾਟ ਲਿਟਰ, ਕੂੜਾ ਨਾ ਸੁੱਟੋ, ਠੀਕ ਆ ਜੀ, ਕੂੜਾ ਨਾ ਖਿਲਾਰੋ, ਠੀਕ ਆ, ਖਿਲਾਰੋ। ਡਨ। ਨੈਕਸਟ ਦੇਖਾਂਗੇ, ਕਹਿੰਦਾ ਆਪਣੇ ਕੋਲ ਦਾ ਓਲਡ ਮੈਨ ਬਿਲਟ ਅ ਹਾਊਸ, ਬੁੱਢੇ ਵਿਅਕਤੀ ਨੇ, ਬੁੱਢੇ ਆਦਮੀ ਨੇ ਘਰ ਬਣਾਇਆ, ਬੁੱਢੇ ਆਦਮੀ ਨੇ ਇੱਕ ਘਰ ਬਣਾਇਆ, ਇੱਕ ਘਰ ਬਣਾਇਆ, ਡਨ। ਸੋ ਅੱਗੇ ਵਧਾਂਗੇ। ਇਸ ਤੋਂ ਬਾਅਦ ਆਪਣੇ ਕੋਲ ਹੈਗਾ ਵਾਈ ਆਰ ਯੂ ਮੇਕਿੰਗ ਅ ਨੋਇਸ। ਸੋ ਆਪਾਂ ਇਹਦਾ ਲਿਖਾਂਗੇ ਤੁਸੀਂ ਸ਼ੋਰ ਕਿਉਂ ਮਚਾ ਰਹੇ ਹੋ, ਤੁਸੀਂ ਸ਼ੋਰ ਕਿਉਂ ਮਚਾ ਰਹੇ ਹੋ, ਕਿਉਂ ਮਚਾ ਰਹੇ ਹੋ, ਠੀਕ। ਸੋ ਇਸ ਤੋਂ ਬਾਅਦ ਬੇਟਾ ਆਪਣੇ ਕੋਲ 3 ਕਰਨੇ ਸੀ, 3 ਕਰ ਲਏ, ਬਾਕੀ ਮੈਂ ਤੁਹਾਨੂੰ ਬੋਲ ਦਿੰਦਾ। ਆਈ ਮਸਟ ਗੋ ਟੂ ਸਲੀਪ ਨਾਓ, ਮੈਨੂੰ ਹੁਣ ਸੌਣ ਲਈ ਜਾਣਾ ਪਏਗਾ ਜਾਂ ਫਿਰ ਸੌਣਾ ਪਏਗਾ। ਵਰਕ ਹਾਰਡ ਲੈਸਟ ਯੂ ਸ਼ੁੱਡ ਫੇਲ, ਮਿਹਨਤ ਕਰੋ ਅਜਿਹਾ ਨਾ ਹੋਏ ਕਿ ਤੁਸੀਂ ਫੇਲ ਹੋ ਜਾ। ਮੈਨੂੰ ਤੁਹਾਡੇ ਤੇ ਮਾਣ ਹੈ, ਆਈ ਐਮ ਪ੍ਰਾਊਡ ਆਫ ਯੂ, ਠੀਕ ਆ ਜੀ, ਆਈ ਐਮ ਪ੍ਰਾਊਡ ਆਫ ਯੂ। ਇਹ ਤਾਂ ਸੌਖਾ ਹੀ ਸੀ। ਫਿਰ ਹੈਗਾ ਸ਼ਾਬਾਸ਼, ਆਪਨੇ ਬਹੁਤ ਬੜੀਆ ਕੀ ਹੈ, ਇਹਦਾ ਜਾਣਾ ਵੈਲ ਡਨ, ਠੀਕ। ਵਿਦਿਆਰਥੀ ਪੜ੍ਹ ਰਹੇ ਹੋਣਗੇ, ਦਾ ਸਟੂਡੈਂਟਸ ਵਿਲ ਬੀ ਸਟੱਡਿੰਗ, ਦਾ ਸਟੂਡੈਂਟਸ ਵਿਲ ਬੀ ਸਟੱਡਿੰਗ। ਜਿੱਦਾਂ ਕਿ ਹੁਣ ਅਸੀਂ ਕਹਿੰਦੇ ਆ ਕਿ ਬੱਚੇ ਇਸ ਵੇਲੇ ਪੜ੍ਹ ਰਹੇ ਹੋਣਗੇ ਕਿਉਂਕਿ ਕੱਲ ਉਹਨਾਂ ਦਾ ਇੰਗਲਿਸ਼ ਦਾ ਪੇਪਰ ਆ। ਸੋ ਮੈਂ ਕਹਿੰਦਾ ਆ ਦਾ ਸਟੂਡੈਂਟਸ ਵਿਲ ਬੀ ਸਟੱਡਿੰਗ, ਠੀਕ। ਤੁਸੀਂ ਝੂਠ ਕਿਉਂ ਬੋਲਿਆ, ਵਾਈ ਡਿਡ ਯੂ ਟੈਲ ਅ ਲਾਈ, ਤੇ ਜਮਾਤ ਵਿੱਚ ਕੌਣ ਸੀ, ਹੂ ਵਾਜ਼ ਪ੍ਰੈਜ਼ੈਂਟ ਇਨ ਦਾ ਕਲਾਸ, ਠੀਕ ਆ। ਸੋ ਇਹਦੇ ਨਾਲ ਤੁਹਾਡਾ ਪੇਪਰ ਹੋਇਆ ਕੰਪਲੀਟ। ਸੋ ਮੈਨੂੰ ਉਮੀਦ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਓਗੇ। ਸੋ ਆਲ ਦਾ ਬੈਸਟ ਤੁਹਾਡੇ ਪੇਪਰ ਲਈ। ਇੱਕ ਹੋਰ ਸੈਂਪਲ ਪੇਪਰ ਚੈਨਲ ਤੇ ਅਪਲੋਡ ਕੀਤਾ ਗਿਆ ਹੈ, ਉਹਨੂੰ ਵੀ ਵੇਖ ਲੈਣਾ ਜ਼ਰੂਰ। ਓਕੇ ਜੀ।